हाँ जी, अज असी करांगे इकांगी की है, इकांगी की परिभाषा ते इकांगी दे तत्त। ये नोट्स मैं कई किताबां नूं इकट्ठा करके उन्होंने मिला के बनाया है। जे तुसीं यूजीसी नेट पंजाबी का पेपर देना है तो ये नोट्स नूं जरूर देखियो, एंड तक देखियो। हाँ जी, ये असीं देखांगे इकांगी की हुंदी है। ठीक है, इकांगी नाटक सह दी एक आधुनिक वनगी है। इकांगी शब्द दो ਵੱਖ-ਵੱਖ शब्दों का जुड़िया रूप है, इक अते अंगी। ठीक है, इक अते अंगी भाव एक अंग वाला। अंग तो भाव है अंक, जिन्हों आपां कहंदे ने एक्ट। पूरे नाटक विच आम तौर ते 3 ਜਾਂ 5 अंक हुंदे हन। पूरे नाटक विच 3 ਜਾਂ 5 अंक हुंदे ने, पर इकांगी विच सिर्फ एक ही अंक हुंदा है। ठीक है, एक अंक वाली नूं की कहंदे ने इकांगी। इकांगी भी नाटक की एक किस्म है। ठीक है, याद कर लियो। जे क्वेश्चन आएगा कि इकांगी नाटक की किस्म है, तुसीं आखोगे हाँ इकांगी नाटक की किस्म आ। अंग्रेजी ਸਾਹਿਤ ਵਿੱਚ ਇਕਾਂਗੀ ਨੂੰ ਨਾਟਕ ਤੋਂ ਪਹਿਲਾਂ ਪਰਦਾ ਹਟਾਉ ਲਈ ਖੇਡਿਆ ਜਾਣ ਕਰਕੇ ਪਰਦਾ ਹਟਾਉ ਨਾਟਕ ਦਾ ਨਾਂ ਦਿੱਤਾ ਗਿਆ ਸੀ। ਕੀ ਨਾਂ ਦਿੱਤਾ ਗਿਆ ਸੀ? ਪਰਦਾ ਹਟਾਉ। ਠੀਕ ਹੈ, ਇਕਾਂਗੀ ਨੂੰ ਕੀ ਕਿਹਾ ਜਾਂਦਾ ਵਾ? ਵਨ ਐਕਟ ਪਲੇ। ਹਾਂਜੀ, ਇਕਾਂਗੀ ਦੇ ਪੁਆਇੰਟ ਦੇਖਾਂਗੇ ਕੀ ਆ। ਇਸ ਵਿੱਚ ਇੱਕੋ ਵਿਸ਼ਾ ਹੁੰਦਾ ਹੈ। ਠੀਕ ਹੈ, ਇੱਕੋ ਵਿਸ਼ੇ ਨੂੰ ਲੈ ਕੇ ਹੀ ਰਚਨਾ ਕੀਤੀ ਜਾਂਦੀ ਆ, ਇਕਾਂਗੀ ਖੇਡੀ ਜਾਂਦੀ ਆ। ਠੀਕ ਹੈ, ਘੱਟ ਤੋਂ ਘੱਟ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਆ। ਪਾਤਰ ਵੀ ਇਹਦੇ ਸੀਮਿਤ ਹੁੰਦੇ ਨੇ। ਠੀਕ ਹੈ, 4-5 ਪਾਤਰ ਹੁੰਦੇ ਨੇ, ਜ਼ਿਆਦਾ ਨਹੀਂ ਹੁੰਦੇ ਇਹਦੇ ਵਿੱਚ। ਇਕਹਿਰਾਪਨ ਹੁੰਦਾ ਵਾ, ਇਕਾਗਰਤਾ ਹੁੰਦੀ ਹੈ ਤੇ ਸਪਸ਼ਟਤਾ ਹੁੰਦੀ ਹੈ। ਠੀਕ ਹੈ, ਇਹ ਇਕਾਂਗੀ ਦੇ ਤੱਤ ਵਾ, ਲੱਛਣ ਆ। ਨੈਟ ਦੇ ਪੇਪਰ 'ਚ ਤੁਹਾਨੂੰ ਇਹ ਪੁੱਛ ਸਕਦੇ ਕਿ ਇਹਦੇ ਕਿਹੜੇ-ਕਿਹੜੇ ਲੱਛਣ ਆ, ਇਕਾਂਗੀ ਦੇ ਕਿਹੜੇ-ਕਿਹੜੇ ਲੱਛਣ ਆ। ਠੀਕ ਹੈ, ਤੁਸੀਂ ਯਾਦ ਕਰ ਲਿਓ। ਇਹਦੇ ਵਿੱਚ ਇੱਕੋ ਵਿਸ਼ਾ ਹੁੰਦਾ ਵਾ, ਘੱਟ ਤੋਂ ਘੱਟ ਸਮੱਗਰੀ ਦੀ ਵਰਤੋਂ ਹੁੰਦੀ ਆ, ਪਾਤਰ ਵੀ ਸੀਮਿਤ ਹੁੰਦੇ ਨੇ, ਇਕਹਿਰਾਪਨ ਹੁੰਦਾ ਵਾ, ਇਕਾਗਰਤਾ ਹੁੰਦੀ ਹੈ ਤੇ ਸਪਸ਼ਟਤਾ ਹੁੰਦੀ ਹੈ। ਠੀਕ ਹੈ, ਇੱਕੋ ਅੰਕ ਵਿੱਚ ਖਤਮ ਹੋਣ ਕਰਕੇ ਇਸ ਨੂੰ ਇੱਕ ਅੰਗੀ ਜਾਂ ਅੰਕੀ ਵਨ ਐਕਟ ਦਾ ਨਾਂ ਦਿੱਤਾ ਗਿਆ ਹੈ। ਠੀਕ ਹੈ, ਇੱਕ ਅੰਕ ਵਿੱਚ ਖਤਮ ਹੋਣ ਕਰਕੇ ਇਹਨੂੰ ਕੀ ਕਹਿੰਦੇ ਨੇ? ਵਨ ਐਕਟ ਪਲੇ, ਇੱਕ ਅੰਗੀ ਜਾਂ ਇੱਕ ਅੰਕੀ। ਹਾਂਜੀ, ਡਾਕਟਰ ਪ੍ਰੇਮ ਪ੍ਰਕਾਸ਼ ਜੀ ਕੀ ਕਹਿੰਦੇ ਨੇ ਇਕਾਂਗੀ ਬਾਰੇ? ਐਕਟ ਦਾ ਅਰਥ ਨਾਟਕ ਦਾ ਅੰਕ ਜਾਂ ਨਾਟਕ ਵਿੱਚ ਕੀਤਾ ਗਿਆ ਕਾਰਜ ਹੈ। ਠੀਕ ਹੈ, ਇਹ ਤੁਸੀਂ ਡੈਫੀਨੇਸ਼ਨ ਨੋਟ ਕਰ ਲਿਓ। ਜੇ ਤੁਸੀਂ ਐਮਏ ਪੰਜਾਬੀ ਕਰ ਰਹੇ ਹੋ ਤੇ ਇਹ ਨੋਟਸ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਆ। ਸੇਮ ਟੂ ਸੇਮ ਤੁਸੀਂ ਇਸ ਤਰ੍ਹਾਂ ਰਾਈਟ ਡਾਊਨ ਕਰ ਲਿਓ ਤੇ ਇਹ ਨੋਟਸ ਤੁਸੀਂ ਪੇਪਰ 'ਚ ਲਿਖ ਸਕਦੇ ਹੋ। ਡਾਕਟਰ ਨਰਿੰਦਰ ਸਿੰਘ ਕਪੂਰ ਕੀ ਕਹਿੰਦੇ ਨੇ? ਇਕਾਂਗੀ ਤੋਂ ਭਾਵ ਇੱਕ ਅੰਗ ਵਾਲਾ ਨਾਟਕ ਹੈ। ਇਹ ਸ਼ਬਦ ਅੰਗਰੇਜ਼ੀ ਦੇ ਵਨ ਐਕਟ ਪਲੇ ਦਾ ਪੰਜਾਬੀ ਰੂਪ ਹੈ। ਇੱਕ ਅੰਗ ਵਾਲਾ ਨਾਟਕ ਆ। ਠੀਕ ਹੈ, ਅੰਗਰੇਜ਼ੀ ਦੇ ਵਨ ਐਕਟ ਪਲੇ ਦਾ ਪੰਜਾਬੀ ਰੂਪ ਹੈ। ਆ ਦੇਖੋ, ਨਾਟਕ ਵਿੱਚ ਇੱਕ ਤੋਂ ਵੱਧ ਅੰਗ ਹੁੰਦੇ ਹਨ ਤਾਂ ਇਕਾਂਗੀ ਵਿੱਚ ਸਿਰਫ ਇੱਕ ਅੰਕ ਹੁੰਦਾ ਹੈ। ਠੀਕ ਹੈ, ਡਾਕਟਰ ਨਗੇਂਦਰ ਸਿੰਘ ਕੀ ਕਹਿੰਦੇ ਨੇ? ਇਕਾਂਗੀ ਨਾਟਕ ਇੱਕ ਅੰਕ ਵਾਲੇ ਨਾਟਕ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਜੀਵਨ ਦੇ ਵਿਸ਼ਾਲ ਵਿਵੇਚਨ ਦੀ ਥਾਂ ਜੀਵਨ ਦਾ ਇੱਕ ਪਹਿਲੂ ਹੀ ਮਹੱਤਵਪੂਰਨ ਘਟਨਾ ਜਾਂ ਕਿਸੇ ਘਟਨਾ ਦਾ ਇੱਕ ਛਿੰਨ ਹੁੰਦਾ ਹੈ, ਜਾਂ ਇਉਂ ਕਹਿ ਲਓ ਕਿਸੇ ਇੱਕ ਘਟਨਾ ਦਾ ਪਾਤਰਾਂ ਦੇ ਪਰਸਪਰ ਸੰਬੰਧਾਂ ਤੇ ਤੱਥਾਂ ਰਾਹੀਂ ਇੱਕ ਚਿੱਤਰ ਪੇਸ਼ ਕੀਤਾ ਜਾਂਦਾ ਹੈ। ਮੀਨਸ ਕਿ ਜੀਵਨ ਦੀ ਸਿਰਫ ਇੱਕੋ ਘਟਨਾ ਪੇਸ਼ ਕੀਤੀ ਜਾਂਦੀ ਹੈ, ਉਹ ਘਟਨਾ ਜਿਹੜੀ ਆ ਮਹੱਤਵਪੂਰਨ ਹੁੰਦੀ ਹੈ, ਉਹ ਘਟਨਾ ਨੂੰ ਪੇਸ਼ ਕੀਤਾ ਜਾਂਦਾ ਵਾ। ਹਾਂਜੀ, ਇਕਾਂਗੀ ਰਚਨਾ ਸੰਸਕ੍ਰਿਤ ਅਤੇ ਯੂਨਾਨੀ ਨਾਟਕਾਂ ਵੇਲੇ ਵੀ ਹੁੰਦੀ ਰਹੀ ਹੈ। ਫਿਰ ਵੀ ਇਕਾਂਗੀ ਦਾ ਆਧੁਨਿਕਤਮ ਰੂਪ ਪੰਜਾਬੀ ਸਾਹਿਤ ਵਿੱਚ ਪੱਛਮੀ ਪ੍ਰਭਾਵ ਅਧੀਨ ਹੀ ਬੱਝਾ। ਕਿਤੋਂ ਬੱਝਾ ਵਾ? ਪੱਛਮੀ ਪ੍ਰਭਾਵ ਅਧੀਨ ਹੀ ਬੱਝਾ ਵਾ। ਠੀਕ ਹੈ, ਇੰਗਲਿਸ਼ 'ਚ ਸਾਨੂੰ ਵਿਲੀਅਮ ਜੈਕਬ ਦਾ ਲਿਖਿਆ ਹੋਇਆ ਇਕਾਂਗੀ ਮਿਲਦਾ ਵਾ, ਬਾਂਦਰ ਦਾ ਪੰਜਾ, ਮੰਕੀ ਪਾ। ਨੋਟ ਕਰ ਲਿਓ, ਪੇਪਰ 'ਚ ਕੁਐਸਚਨ ਆ ਸਕਦਾ ਵਾ। ਬਾਂਦਰ ਦਾ ਪੰਜਾ ਕਿਹਦਾ ਵਾ? ਵਿਲੀਅਮ ਜੈਕਬ ਦਾ। ਇਕਾਂਗੀ ਇੱਕ ਅਭਿਵਿਅੰਜਨਾਤਮਕ ਕਲਾ ਹੈ ਜਿਸ ਦਾ ਕਾਰਜ ਆਨੰਦ ਪ੍ਰਦਾਨ ਕਰਨਾ ਹੁੰਦਾ ਹੈ। ਠੀਕ ਹੈ, ਇਕਾਂਗੀ ਦਾ ਕਾਰਜ ਕੀ ਹੈ? ਕੀ ਉਦੇਸ਼ ਹੈ ਇਕਾਂਗੀ ਦਾ? ਆਨੰਦ ਪ੍ਰਦਾਨ ਕਰਨਾ। ਇਕਾਂਗੀ ਨਾਟਕ ਦੀ ਵਿਸ਼ਾਲਤਾ ਨਾਲ ਸੰਖੇਪ ਰਚਨਾ ਹੁੰਦੀ ਹੈ। ਨਾਟਕ ਜਿਹੜਾ ਵਿਸ਼ਾਲ ਹੁੰਦਾ ਹੈ ਤੇ ਇਕਾਂਗੀ ਸੰਖੇਪ ਹੁੰਦੀ ਹੈ। ਠੀਕ ਹੈ, ਛੋਟੀ ਰਚਨਾ ਹੁੰਦੀ ਆ, ਪਰ ਇਕਾਂਗੀ ਨਾਟਕ ਦਾ ਹੀ ਇੱਕ ਰੂਪ ਆ। ਇਸ ਵਿੱਚ ਇੱਕ ਵਿਸ਼ੇ ਨੂੰ ਘੱਟ ਤੋਂ ਘੱਟ ਸਮੱਗਰੀ ਨਾਲ ਪ੍ਰਸਤੁਤ ਕੀਤਾ ਜਾਂਦਾ ਹੈ। ਵਿਸ਼ਾ ਵੀ ਇੱਕ ਹੁੰਦਾ ਵਾ ਤੇ ਸਮੱਗਰੀ ਵੀ ਘੱਟ ਤੋਂ ਘੱਟ ਲੱਗਦੀ ਆ। ਜੇ ਕੁੰਡਨ ਕੀ ਕਹਿੰਦੇ ਨੇ? ਇਕਾਂਗੀ ਨਿੱਕੀ ਕਹਾਣੀ ਦਾ ਨਾਟਕ ਸਮਾਨ ਰੂਪ ਹੈ। ਇਕਾਂਗੀ ਨਿੱਕੀ ਕਹਾਣੀ ਦਾ ਨਾਟਕ ਸਮਾਨ ਰੂਪ ਹੈ। ਆਮ ਕਰਕੇ 2 ਜਾਂ 3 ਪਾਤਰ ਹੁੰਦੇ ਹਨ। ਵਿਸ਼ੇ ਰਸ ਤੇ ਮਨੋਰਥ ਦੇ ਪੱਖੋਂ ਘੇਰਾ ਕਾਫੀ ਵਿਸ਼ਾਲ ਹੁੰਦਾ ਹੈ ਤੇ ਭਾਵ ਪ੍ਰਹਸਨ ਤੋਂ ਤਰਾਸਦੀ ਤੱਕ। ਹਾਂਜੀ, ਇਹ ਡੈਫੀਨੇਸ਼ਨ ਤੁਸੀਂ ਨੋਟ ਕਰ ਲਿਓ ਜੇ ਕਰਨੀ ਹੈ ਤੇ।
हाँ जी देखो, इस प्रकार इकांगी आकार ਵਿੱਚ ਸੰਖੇਪ ਹੋਣੀ ਚਾਹੀਦੀ ਹੈ। ਠੀਕ ਹੈ, ਇਕਾਂਗੀ ਸੰਖੇਪ ਹੁੰਦੀ ਆ, ਇਹ ਅੱਧੇ ਜਾਂ ਪੌਣੇ ਘੰਟੇ ਵਿੱਚ ਸਮਾਪਤ ਹੋਣ ਵਾਲੀ ਹੋਣੀ ਚਾਹੀਦੀ ਹੈ। ਠੀਕ ਹੈ, ਇਸ ਵਿੱਚ ਪਾਤਰ ਵੀ ਘੱਟ ਹੁੰਦੇ ਨੇ ਤੇ ਘਟਨਾ ਵੀ ਇੱਕੋ ਲਈ ਜਾਂਦੀ ਆ। ਅਦਾਕਾਰੀ ਜਿਹੜੀ ਆ ਉੱਚ ਦਰਜੇ ਦੀ ਹੋਣੀ ਚਾਹੀਦੀ ਆ। ਰੰਗ ਸੰਕੇਤਾਂ ਦੀ ਜਿਹੜੀ ਵਰਤੋਂ ਆ ਉਹ ਸਪਸ਼ਟ ਹੋਣੀ ਚਾਹੀਦੀ ਆ। ਠੀਕ ਹੈ, ਇਸ ਵਿੱਚ ਜੀਵਨ ਦੀ ਕਿਸੇ ਇੱਕ ਮੂਲ ਸਮੱਸਿਆ, ਘਟਨਾ, ਵਿਚਾਰ ਦੇ ਕਿਸੇ ਖਾਸ ਪਲ ਨੂੰ ਇਸ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ ਕਿ ਦਰਸ਼ਕ ਇਸ ਤੋਂ ਪ੍ਰਭਾਵਿਤ ਹੋ ਸਕਣ। ਠੀਕ ਹੈ, ਕਿਸੇ ਇੱਕ ਮੂਲ ਸਮੱਸਿਆ, ਘਟਨਾ ਜਾਂ ਵਿਚਾਰ ਨੂੰ ਇਤਨਾ ਪੇਸ਼ ਕਰਨਾ ਚਾਹੀਦਾ ਵਾ ਕਿ ਦਰਸ਼ਕ ਇਹਦੇ ਤੋਂ ਪ੍ਰਭਾਵਿਤ ਹੋ ਜਾਣ। ਇਕਾਂਗੀ ਇੱਕ ਨਿੱਕੀ ਕਹਾਣੀ ਹੁੰਦੀ ਹੈ। ਇਸ ਕਹਾਣੀ ਦੀ ਇੱਕ ਕੇਂਦਰੀ ਘਟਨਾ ਹੁੰਦੀ ਹੈ ਜਿਸ ਦਾ ਆਦਿ ਵੀ ਹੁੰਦਾ ਹੈ ਤੇ ਅੰਤ ਵੀ ਹੁੰਦਾ ਹੈ। ਠੀਕ ਹੈ, ਇਕਾਂਗੀ ਕਲਾ ਦੇ ਚਾਰ ਗੁਣ ਲੱਛਣ ਹੁੰਦੇ ਨੇ: ਪ੍ਰਭਾਵ ਦੀ ਏਕਤਾ, ਇਕਾਗਰਤਾ ਜਾਂ ਸੰਖੇਪਤਾ ਅਤੇ ਸਰਲਤਾ, ਸਪਸ਼ਟਤਾ ਤੇ ਤੀਬਰਤਾ। ਠੀਕ ਹੈ, ਇਕਾਂਗੀ 'ਚ ਇੱਕੋ ਵਿਸ਼ਾ ਹੁੰਦਾ ਹੈ, ਘੱਟ ਤੋਂ ਘੱਟ ਸਮੱਗਰੀ ਹੁੰਦੀ ਆ, 3-4 ਪਾਤਰ ਹੁੰਦੇ ਨੇ, ਨਾਟਕੀ ਮੋੜ ਹੁੰਦਾ ਹੈ, ਛੋਟੇ-ਛੋਟੇ ਵਾਰਤਾਲਾਪ ਹੁੰਦੇ ਨੇ, ਇਕਾਗਰਤਾ ਹੁੰਦੀ ਹੈ, ਇਕਹਿਰਾਪਨ ਹੁੰਦਾ ਹੈ, ਸਰਲਤਾ ਹੁੰਦੀ ਹੈ, ਸਪਸ਼ਟਤਾ, ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਹੁੰਦੀ ਹੈ। ਠੀਕ ਹੈ, 3 ਏਕਤਾਵਾਂ ਹੁੰਦੀਆਂ ਵਾ: ਸਮੇਂ, ਸਥਾਨ ਤੇ ਕਾਰਜ ਦੀ ਏਕਤਾ। ਹੁਣ ਅਸੀਂ ਕਰਾਂਗੇ ਇਕਾਂਗੀ ਦੇ ਤੱਤ ਕਿਹੜੇ-ਕਿਹੜੇ ਨੇ। ਹਾਂਜੀ, ਇਕਾਂਗੀ ਦੇ ਤੱਤ ਵਿੱਚ ਕੀ ਆਏਗਾ? ਵਿਸ਼ਾ ਵਸਤੂ, ਕਥਾਨਕ, ਪਾਤਰ ਤੇ ਪਾਤਰ ਚਿਤਰਨ, ਵਾਰਤਾਲਾਪ, ਭਾਸ਼ਾ ਸ਼ੈਲੀ, ਵਾਤਾਵਰਣ ਤੇ ਦ੍ਰਿਸ਼ ਵਿਉਂਤ, ਉਦੇਸ਼, ਰੰਗਮੰਚ। ਠੀਕ ਹੈ, ਇਹ ਕੀ ਆ? ਇਕਾਂਗੀ ਦੇ ਤੱਤ। ਹਾਂਜੀ, ਆ ਇੰਪੋਰਟੈਂਟ ਪੁਆਇੰਟ ਤੁਹਾਡੇ ਲਈ ਨੋਟ ਕਰ ਲਿਓ। ਅਰਸਤੂ ਨੇ ਨਾਟਕ ਦੇ ਤੱਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਵਾ? 6 ਚ। ਕਥਾਨਕ, ਪਾਤਰ, ਵਿਚਾਰ ਜਾਂ ਵਿਸ਼ਾ, ਵਾਰਤਾਲਾਪ ਜਾਂ ਸ਼ਬਦਾਵਲੀ, ਦ੍ਰਿਸ਼ ਤੇ ਗੀਤ। ਠੀਕ ਹੈ, ਗੁਰਦਿਆਲ ਸਿੰਘ ਅਨੁਸਾਰ ਕਿਹੜੇ-ਕਿਹੜੇ ਤੱਤ ਵਾ? ਵਿਸ਼ਾ, ਉਦੇਸ਼, ਕਥਾਨਕ, ਪਾਤਰ ਤੇ ਪਾਤਰਨ ਚਿਤਰਨ, ਵਾਰਤਾਲਾਪ, ਬੋਲੀ, ਸ਼ੈਲੀ, ਦ੍ਰਿਸ਼ ਅਤੇ ਮੰਚ ਅਨੁਕੂਲਤਾ। ਠੀਕ ਹੈ, ਫਸਟ ਪੁਆਇੰਟ ਆ ਵਿਸ਼ਾ ਵਸਤੂ। ਇਕਾਂਗੀ ਵਿੱਚ ਇਕਹਿਰੇ ਵਿਸ਼ੇ ਵਸਤੂ ਦੀ ਸਿਰਜਣਾ ਕੀਤੀ ਜਾਂਦੀ ਹੈ। ਇਕਾਂਗੀ ਸਟੇਜੀ ਕਲਾ ਹੋਣ ਕਰਕੇ ਦਰਸ਼ਕਾਂ ਨਾਲ ਸਿੱਧੀ ਸੰਬੰਧਿਤ ਹੁੰਦੀ ਹੈ। ਇਕਾਂਗੀਕਾਰ ਨੂੰ ਵਿਸ਼ੇ ਦੀ ਚੋਣ ਦਰਸ਼ਕਾਂ ਨੂੰ ਸਨਮੁਖ ਰੱਖ ਕੇ ਕਰਨੀ ਚਾਹੀਦੀ ਹੈ। ਇਕਾਂਗੀ ਇਕਹਿਰੀ, ਇਕਸੂਰਤਾ ਵਾਲੀ, ਇਕਾਗਰਤਾ ਤੇ ਸੰਜਮੀ ਰਚਨਾ ਹੁੰਦੀ ਹੈ। ਠੀਕ ਹੈ, ਜਦੋਂ ਵੀ ਆਪਾਂ ਕੋਈ ਰਚਨਾ ਕਰਦੇ ਹਾਂ ਉਹਦਾ ਕੋਈ ਨਾ ਕੋਈ ਵਿਸ਼ਾ ਹੁੰਦਾ ਵਾ, ਕੋਈ ਟੌਪਿਕ ਲੈ ਕੇ ਹੀ ਉਹਦੀ ਰਚਨਾ ਕਰਦੇ ਹਾਂ। ਠੀਕ ਹੈ, ਇਕਾਂਗੀ ਦਾ ਸਰਲ, ਸਪਸ਼ਟ ਤੇ ਹਲਕਾ ਫੁਲਕਾ ਵਿਸ਼ਾ ਹੀ ਦਰਸ਼ਕਾਂ ਨੂੰ ਆਨੰਦ ਪ੍ਰਦਾਨ ਕਰ ਸਕਦਾ ਹੈ। ਇਕਾਂਗੀ ਦਾ ਜਿਹੜਾ ਵਿਸ਼ਾ ਹੁੰਦਾ ਵਾ ਕਿਸੇ ਇੱਕ ਘਟਨਾ ਨੂੰ ਹੀ ਬਿਆਨ ਕਰਦਾ ਵਾ। ਇਹ ਕੋਈ ਵੀ ਘਟਨਾ ਹੋ ਸਕਦੀ ਆ, ਕੋਈ ਜੀਵਨ ਦੀ ਵਿਸ਼ੇਸ਼ ਘਟਨਾ ਵੀ ਹੋ ਸਕਦੀ ਆ, ਪਰ ਇਹ ਘਟਨਾ ਮਹੱਤਵਪੂਰਨ ਹੋਣੀ ਚਾਹੀਦੀ ਆ ਜਿਹਦਾ ਕਿ ਦਰਸ਼ਕਾਂ ਤੇ ਪ੍ਰਭਾਵ ਪੈ ਸਕੇ। ਠੀਕ ਹੈ, ਹਾਂਜੀ, ਕਥਾਨਕ ਦੇਖੋ, ਕਥਾਨਕ ਨੂੰ ਅਸੀਂ ਪਲਾਟ ਵੀ ਕਵਾਂਗੇ ਤੇ ਗੋਂਦ ਵੀ। ਠੀਕ ਹੈ, ਪਲਾਟ ਵਿੱਚ ਘਟਨਾਵਾਂ ਨੂੰ ਇੱਕ ਨਿਸ਼ਚਿਤ ਤਰਤੀਬ ਨਾਲ ਪੇਸ਼ ਕੀਤਾ ਜਾਂਦਾ ਹੈ। ਤਰਤੀਬ ਵਿੱਚ ਘਟਨਾਵਾਂ ਨੂੰ ਪੇਸ਼ ਕੀਤਾ ਜਾਂਦਾ ਵਾ। ਠੀਕ ਹੈ, ਪਲਾਟ ਘਟਨਾਵਾਂ ਦੀ ਲੜੀ ਹੈ ਅਤੇ ਕਾਰਜ ਇਸ ਦਾ ਜ਼ਰੂਰੀ ਅੰਗ ਹੈ। ਪਲਾਟ ਦਾ ਸਰਲ ਤੇ ਸੰਖੇਪ ਹੋਣਾ ਲਾਜ਼ਮੀ ਹੈ ਤਾਂ ਕਿ ਘਟਨਾਵਾਂ ਦਾ ਬਜਮਾ ਪ੍ਰਭਾਵ ਸਿਰਜਿਆ ਜਾ ਸਕੇ। ਇਕਾਂਗੀਕਾਰ ਇੱਕ ਹੀ ਘਟਨਾ, ਵਿਚਾਰ ਜਾਂ ਭਾਵ ਨੂੰ ਨਾਟਕੀ ਸੰਖੇਪਤਾ ਦੁਆਰਾ ਉਸਾਰ ਕੇ ਉਸ ਵਿੱਚ ਉਤਸੁਕਤਾ, ਲਟਕਾਓ ਅਤੇ ਵਿਚਿਤ੍ਰਤਾ ਦਾ ਅੰਸ਼ ਕਾਇਮ ਰੱਖ ਕੇ ਉਸ ਨੂੰ ਸਿਖਰ ਤੱਕ ਪਹੁੰਚਾਉਂਦਾ ਹੈ। ਇਕਾਂਗੀ ਦਾ ਜਿਹੜਾ ਪਲਾਟ ਆ ਉਹ ਸੰਖੇਪ ਹੋਣਾ ਚਾਹੀਦਾ ਵਾ, ਉਤਸੁਕਤਾ ਭਰਪੂਰ ਹੋਣਾ ਚਾਹੀਦਾ ਵਾ, ਉਹਦੇ 'ਚ ਯੋਗ ਲਟਕਾਓ ਹੋਣਾ ਚਾਹੀਦਾ ਹੈ ਤਾਂ ਜੋ ਦਰਸ਼ਕ ਆਨੰਦ ਲੈ ਸਕਣ। ਇਕਾਂਗੀ ਦੇ ਕਥਾਨਕ ਵਿੱਚ 3 ਏਕਤਾਵਾਂ ਹੋਣੀਆਂ ਚਾਹੀਦੀਆਂ ਵਾ: ਸਮੇਂ, ਸਥਾਨ ਤੇ ਕਾਰਜ ਦੀ ਏਕਤਾ। ਠੀਕ ਹੈ, ਇਹ ਕਾਇਮ ਰਹਿਣੀਆਂ ਚਾਹੀਦੀਆਂ ਵਾ ਅੰਤ ਤੱਕ। ਹਾਂਜੀ, ਪਾਤਰ ਤੇ ਪਾਤਰ ਰਚਨਾ। ਜਿਸ ਤਰ੍ਹਾਂ ਵਿਸ਼ੇ ਵਸਤੂ ਦੇ ਵਿਸਥਾਰ ਲਈ ਪਲਾਟ ਦਾ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਪਲਾਟ ਦੀ ਪੇਸ਼ਕਾਰੀ ਲਈ ਪਾਤਰਾਂ ਦਾ ਹੋਣਾ ਅਤੀ ਜ਼ਰੂਰੀ ਹੈ। ਵਿਸ਼ੇ ਵਸਤੂ ਦੇ ਪ੍ਰਸਾਰ ਲਈ ਪਲਾਟ ਹੋਣਾ ਚਾਹੀਦਾ ਵਾ ਤੇ ਪਲਾਟ ਦੀ ਉਸਾਰੀ ਕਰਨ ਲਈ ਕੌਣ ਹੋਣੇ ਚਾਹੀਦੇ ਆ? ਪਾਤਰ, ਕਿਉਂਕਿ ਪਾਤਰ ਹੀ ਰਚਨਾ ਨੂੰ ਅੱਗੇ ਤੋਰਦੇ ਆ। ਇਕਾਂਗੀ ਸੰਖੇਪ ਰਚਨਾ ਹੋਣ ਕਰਕੇ ਇਸ ਵਿੱਚ ਪਾਤਰਾਂ ਦੀ ਸੰਖਿਆ ਸੀਮਿਤ ਰੱਖੀ ਜਾਂਦੀ ਹੈ। ਜ਼ਿਆਦਾ ਪਾਤਰ ਨਹੀਂ ਹੁੰਦੇ, ਇਕਾਂਗੀ 'ਚ ਸੀਮਿਤ ਹੁੰਦੇ ਨੇ। ਇੱਕ ਪ੍ਰਧਾਨ ਪਾਤਰ ਤੋਂ ਇਲਾਵਾ 2-3 ਸਹਾਇਕ ਪਾਤਰ ਹੀ ਲਏ ਜਾਂਦੇ ਹਨ। ਪਾਤਰ ਸਾਡੇ ਆਲੇ ਦੁਆਲੇ ਦੇ ਜਨ ਜੀਵਨ ਵਿੱਚੋਂ ਹੱਡ ਮਾਸ ਦੇ ਜਿਉਂਦੇ ਜਾਗਦੇ ਹੋਣੇ ਚਾਹੀਦੇ ਹਨ। ਪਾਤਰਾਂ ਨੂੰ ਵਿਸ਼ੇ ਤੇ ਪਲਾਟ ਦੇ ਅਨੁਕੂਲ ਹੀ ਰੱਖਿਆ ਜਾਂਦਾ ਹੈ। ਜਿਹੋ ਜਿਹਾ ਵਿਸ਼ਾ ਵਾ ਉਵੇਂ ਦੇ ਹੀ ਪਾਤਰ ਸਿਰਜੇ ਜਾਂਦੇ ਆ। ਠੀਕ ਹੈ, ਜੇ ਪੁਰਾਣੇ ਜ਼ਮਾਨੇ ਦੀ ਗੱਲ ਕਰਦੇ ਨੇ, ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਨੇ ਤੇ ਉਹੋ ਜਿਹਾ ਉਹਨਾਂ ਦਾ ਪਹਿਰਾਵਾ ਵੀ ਹੋਣਾ ਚਾਹੀਦਾ ਵਾ, ਉਹ ਜੀ ਉਹਨਾਂ ਦੀ ਬੋਲੀ ਵੀ ਹੋਣੀ ਚਾਹੀਦੀ ਆ। ਠੀਕ ਹੈ, ਵਿਸ਼ੇ ਦੇ ਅਕੋਰਡਿੰਗ ਹੀ ਪਾਤਰ ਲਈ ਜਾਂਦੇ ਆ। ਪਾਤਰ ਇਕਾਂਗੀਕਾਰ ਦੀਆਂ ਕਠਪੁਤਲੀਆਂ ਨਹੀਂ ਹੋਣੇ ਚਾਹੀਦੇ। ਨੈਕਸਟ ਪੁਆਇੰਟ ਆ ਵਾਰਤਾਲਾਪ। ਵਾਰਤਾਲਾਪ ਇਕਾਂਗੀ ਦੀ ਆਤਮਾ ਹੈ। ਠੀਕ ਹੈ, ਵਾਰਤਾਲਾਪ ਇਕਾਂਗੀ ਦੇ ਕਥਾਨਕ ਵਿਚਲੀਆਂ ਥਾਵਾਂ, ਘਟਨਾਵਾਂ ਤੇ ਨਾਵਾਂ ਨੂੰ ਆਪਸ ਵਿੱਚ ਜੋੜਦੇ ਨੇ।
ਇਕਾਂਗੀਕਾਰ ਦੇ ਮਹੱਤਵ ਦੀ ਪੂਰਤੀ ਵੀ ਕਰਦੇ ਨੇ। ਪਾਤਰ ਪਲਾਟ ਨੂੰ ਵਾਰਤਾਲਾਪ ਰਾਹੀਂ ਹੀ ਅੱਗੇ ਤੋਰਦੇ ਹਨ। ਇਕਾਂਗੀ ਦੇ ਵਾਰਤਾਲਾਪ ਅਤੀ ਗੰਭੀਰ, ਲੰਬੇ ਤੇ ਸਮੱਸਿਆਵਾਂ ਭਰਪੂਰ ਨਹੀਂ ਹੋਣੇ ਚਾਹੀਦੇ। ਠੀਕ ਹੈ, ਲੰਬੇ ਨਹੀਂ ਹੋਣੇ ਚਾਹੀਦੇ, ਛੋਟੇ ਛੋਟੇ ਵਾਕ ਪੈਰੇ ਹੋਣੇ ਚਾਹੀਦੇ ਨੇ। ਠੀਕ ਹੈ, ਨੈਕਸਟ ਪੁਆਇੰਟ ਆ ਭਾਸ਼ਾ ਸ਼ੈਲੀ। ਇਕਾਂਗੀ ਇੱਕ ਅਜਿਹੀ ਸੰਖੇਪ ਰਚਨਾ ਹੈ ਜਿਸ ਵਿੱਚ ਘੱਟ ਤੋਂ ਘੱਟ ਸ਼ਬਦਾਂ ਨਾਲ ਬਹੁਅਰਥੀ, ਬਹੁਦਿਸ਼ਾਵੀ, ਬਹੁਪੱਧਰੀ ਅਰਥਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਇਕਾਂਗੀ ਵਿੱਚ ਸੰਚਾਰ ਦੇ ਮਾਧਿਅਮ ਵਾਰਤਾਲਾਪ ਤੇ ਪਾਤਰ ਹੁੰਦੇ ਹਨ। ਇਕਾਂਗੀ ਦੀ ਸਟੇਜ ਸੈਟਿੰਗ ਦਾ ਢੰਗ, ਪਾਤਰਾਂ ਦੁਆਰਾ ਵਰਤੀ ਜਾਣ ਵਾਲੀ ਭਾਸ਼ਾ, ਪਾਤਰ ਚਿੱਤਰਨ ਦਾ ਕਾਰਜ, ਲੇਖਕ ਦਾ ਲਿਖਣ ਢੰਗ, ਅਭਿਨੇਤਾਵਾਂ ਦਾ ਪ੍ਰਗਟਾ ਢੰਗ ਆਦਿ ਸਭ ਕੁਝ ਸ਼ੈਲੀ ਦੇ ਵਿੱਚ ਆਉਂਦਾ ਹੈ। ਠੀਕ ਹੈ, ਭਾਸ਼ਾ ਜਿਹੜੀ ਵਧੀਆ ਹੋਣੀ ਚਾਹੀਦੀ ਆ, ਛੋਟੇ ਛੋਟੇ ਵਾਕ ਪੈਰੇ ਹੋਣੇ ਚਾਹੀਦੇ ਨੇ, ਪਾਤਰਾਂ ਦੇ ਅਨੁਕੂਲ ਹੋਣੀ ਚਾਹੀਦੀ ਆ। ਠੀਕ ਹੈ, ਨੈਕਸਟ ਪੁਆਇੰਟ ਆ ਵਾਤਾਵਰਨ ਅਤੇ ਦ੍ਰਿਸ਼ ਵਿਉਂਤ। ਇਕਾਂਗੀ ਇਕਹਿਰੀ ਤੇ ਮੰਚੀ ਰਚਨਾ ਹੋਣ ਕਰਕੇ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਨੂੰ ਬੱਝਵੇਂ ਰੂਪ ਵਿੱਚ ਵਾਤਾਵਰਨ ਅਤੇ ਦ੍ਰਿਸ਼ ਵਿਉਂਤ ਰਾਹੀਂ ਹੀ ਸਿਰਜਿਆ ਜਾਂਦਾ ਹੈ। ਠੀਕ ਹੈ, ਮੰਨ ਲਓ ਜੀ ਵਿਸ਼ਾ ਤੁਸੀਂ 1947 ਦਾ ਲਿਆ ਵਾ ਤੇ ਵਾਤਾਵਰਨ ਵੀ ਉਹੀ ਪੇਸ਼ ਕਰੋਗੇ, ਆਧੁਨਿਕ ਅੱਜ ਦਾ ਵਾਤਾਵਰਨ ਨਹੀਂ ਪੇਸ਼ ਕਰੋਗੇ। ਠੀਕ ਹੈ, ਉਹੋ ਜਿਹਾ ਪਹਿਰਾਵਾ ਪਾਓਗੇ, ਉਹੋ ਜਿਹੇ ਰਹਿਣ ਸਹਿਣ ਨੂੰ ਪੇਸ਼ ਕਰੋਗੇ। ਠੀਕ ਹੈ, ਵਾਤਾਵਰਨ ਦਾ ਬਹੁਤ ਵੱਡਾ ਰੋਲ ਹੁੰਦਾ ਇਹਦੇ ਵਿੱਚ। ਨੈਕਸਟ ਪੁਆਇੰਟ ਆ ਉਦੇਸ਼। ਕੋਈ ਵੀ ਇਕਾਂਗੀ ਉਦੇਸ਼ ਰਹਿਤ ਨਹੀਂ ਹੁੰਦਾ। ਕੋਈ ਵੀ ਰਚਨਾਵਾ ਉਹਦਾ ਉਦੇਸ਼ ਹੁੰਦਾ ਹੀ ਹੁੰਦਾ ਹੈ। ਠੀਕ ਹੈ, ਲੇਖਕ ਜਦੋਂ ਰਚਨਾ ਕਰਦਾ ਵਾ ਕਿਸੇ ਉਦੇਸ਼ ਨੂੰ ਲੈ ਕੇ ਹੀ ਕਰਦਾ ਵਾ ਕਿ ਉਹਨੇ ਆਪਣੇ ਵਿਸ਼ੇ ਵਿੱਚ ਕੀ ਪੇਸ਼ ਕਰਨਾ ਵਾ, ਕੀ ਦੱਸਣਾ ਵਾ, ਕੀ ਸੇਧ ਦੇਣੀ ਆ ਪਾਠਕਾਂ ਨੂੰ। ਠੀਕ ਹੈ, ਇਕਾਂਗੀ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਨੈਕਸਟ ਪੁਆਇੰਟ ਆ ਰੰਗਮੰਚ। ਇਕਾਂਗੀ ਤੇ ਰੰਗਮੰਚ ਦਾ ਉਹੀ ਸੰਬੰਧ ਹੈ ਜਿਹੜਾ ਨਾਟਕ ਤੇ ਰੰਗਮੰਚ ਦਾ ਹੈ। ਠੀਕ, ਇਕਾਂਗੀ ਸਫਲ ਹੀ ਉਸ ਸਮੇਂ ਹੁੰਦਾ ਹੈ ਜਦੋਂ ਉਸ ਨੂੰ ਰੰਗਮੰਚ ਨਸੀਬ ਹੁੰਦਾ ਹੈ। ਰੰਗਮੰਚ ਤੇ ਖੇਡਿਆ ਜਾਂਦਾ ਹੈ ਤਾਂ ਹੀ ਇਕਾਂਗੀ ਸਫਲ ਹੁੰਦੀ ਹੈ। ਜਿੰਨਾ ਵੀ ਆਪਾਂ ਟੌਪਿਕ ਕੀਤਾ ਤਾਂ ਸਾਨੂੰ ਕੀ ਪਤਾ ਲੱਗਦਾ ਵਾ, ਇਕਾਂਗੀ ਇੱਕ ਲਘੂ ਰਚਨਾ ਹੈ, ਮਤਲਬ ਕਿ ਛੋਟੀ ਰਚਨਾ ਵਾ। ਇਕਾਂਗੀ ਵਿੱਚ ਥੋੜੇ ਪਾਤਰ ਹੁੰਦੇ ਨੇ, ਇਕਹਿਰਾ ਵਿਸ਼ਾ ਹੁੰਦਾ ਹੈ, ਘੱਟ ਸਮੱਗਰੀ ਹੁੰਦੀ ਆ, ਸੰਖੇਪਿਤ ਵਾਰਤਾਲਾਪ ਹੁੰਦੀ ਹੈ। ਠੀਕ ਹੈ, ਡਾਕਟਰ ਨਰਿੰਦਰ ਸਿੰਘ ਕਪੂਰ ਕੀ ਕਹਿੰਦੇ ਨੇ, ਸਫਲ ਇਕਾਂਗੀ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਹੜਾ ਰੰਗਮੰਚ ਉੱਤੇ ਸਹਿਜੇ ਹੀ ਪੇਸ਼ ਕੀਤਾ ਜਾ ਸਕੇ। ਠੀਕ ਹੈ, ਹਾਂਜੀ, ਇਹ ਸੀ ਸਾਡਾ ਅੱਜ ਦਾ ਟੌਪਿਕ, ਇਕਾਂਗੀ ਦੇ ਤੱਤ, ਪਰਿਭਾਸ਼ਾ ਤੇ ਲੱਛਣ। ਸਵੈ ਜੀਵਨੀ ਸਫਰਨਾਮਾ ਦੇ ਤੱਤ, ਲੱਛਣ ਦੇ ਇਤਿਹਾਸ ਅਸੀਂ ਡਿਸਕਸ ਕਰ ਚੁੱਕੇ ਹਾਂ। ਉਹਦਾ ਵੀ ਨੋਟਸ ਪੂਰਾ ਹੀ ਇਸੇ ਤਰ੍ਹਾਂ ਆਪਾਂ ਵੀਡੀਓ ਬਣਾਈ ਆ, ਤੁਸੀਂ ਸਾਡੀ ਪਲੇਲਿਸਟ ਜਾ ਕੇ ਦੇਖ ਲਿਓ। ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਜ਼ਰੂਰ ਕਰ ਦਿਓ।